ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਮੈਂ VT ਸਰਵਣ ਸਿੰਘ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ, ਡਿਸਟ੍ਰਿਕਟ ਗੁਰਦਾਸਪੁਰ, ਬਤੌਰ ਵੋਕੇਸ਼ਨਲ ਟ੍ਰੇਨਰ ਆਪਣੀ ਸੇਵਾ ਨਿਭਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਤਣਾਅ ਵਿਅਕਤੀ ਦੀ ਮਾਨਸਿਕ, ਸਰੀਰਕ ਅਤੇ ਵਰਤਾਓ ਸੰਬੰਧੀ ਪ੍ਰਕਿਰਿਆ ਤਣਾਅ ਹੈ। ਜਦੋਂ ਉਹ ਆਪਣੇ ਸਾਹਮਣੇ ਰੱਖੀਆਂ ਹੋਈਆਂ ਮੰਗਾਂ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਯੋਗਤਾ ਵਿੱਚ ਉਚਿਤ ਸੰਤੁਲਿਤ ਜਾਂ ਤਾਲਮੇਲ ਕਾਇਮ ਨਹੀਂ ਰੱਖ ਸਕਦਾ, ਤਾਂ ਇਹ ਕਾਫੀ ਦੇਰ ਤੱਕ ਚੱਲਣ ਵਾਲਾ ਵਰਤਾਰਾ ਸਿਹਤ ਦੇ ਵਿਗੜਨ ਦਾ ਕਾਰਨ ਬਣ ਜਾਂਦਾ ਹੈ। ਸੋ ਇਸ ਨਾਲ ਸੰਬੰਧਿਤ ਅੱਜ ਅਸੀਂ 11ਵੀਂ ਜਮਾਤ ਯੂਨਿਟ C ਦਾ ਸੈਸ਼ਨ 1 ਪੜ੍ਹਾਂਗੇ, ਜਿਸ ਦਾ ਨਾਮ ਹੈ ਨੌਕਰੀ ਦਾ ਫਿਕਰ ਅਤੇ ਕੰਮ ਦੇ ਤਣਾਅ ਦੇ ਕਾਰਨਾਂ ਦੀ ਪਛਾਣ। ਤਣਾਅ ਅਤੇ ਫਿਕਰ ਜ਼ਿੰਦਗੀ ਦੇ ਦੋ ਪ੍ਰਮੁੱਖ ਪਹਿਲੂ ਹਨ। ਇਹ ਕੁਦਰਤੀ ਸਰੀਰ, ਵਿਗਿਆਨਿਕ ਅਤੇ ਮਾਨਸਿਕ ਪ੍ਰਤੀਕਿਰਿਆਵਾਂ ਹਨ ਜੋ ਹਰੇਕ ਵਿਅਕਤੀ ਨਾਲ ਵਾਪਰਦੀਆਂ ਹਨ। ਤਣਾਅ ਮੰਗਾਂ ਅਤੇ ਸਰੋਤਾਂ ਦੇ ਅਸੰਤੁਲਨ ਦਾ ਨਤੀਜਾ ਹੈ। ਭਾਵ ਤਣਾਅ ਉਦੋਂ ਪੈਦਾ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਦੀਆਂ ਲੋੜਾਂ ਜਾਂ ਮੰਗਾਂ ਉਸ ਦੀ ਪੂਰਤੀ ਕਰਨ ਵਾਲੇ ਸਾਧਨਾਂ ਜਾਂ ਸਰੋਤਾਂ ਤੋਂ ਵੱਧ ਜਾਂਦੀਆਂ ਹਨ। ਸਾਧਾਰਨ ਸ਼ਬਦਾਂ ਵਿੱਚ ਤਣਾਅ ਉਦੋਂ ਪੈਦਾ ਹੁੰਦਾ ਹੈ ਜਦੋਂ ਵਿਅਕਤੀ ਇਹ ਸਮਝ ਬੈਠਦੇ ਹਨ ਕਿ ਉਹ ਠੀਕ ਤਰ੍ਹਾਂ ਨਾਲ ਕੀਤੀਆਂ ਜਾਣ ਵਾਲੀਆਂ ਮੰਗਾਂ ਦੀ ਪੂਰਤੀ ਨਹੀਂ ਕਰ ਸਕਦੇ ਜਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਦਬਾਅ ਤੁਹਾਡੀ ਸਹਿਣ ਸ਼ਕਤੀ ਨਾਲੋਂ ਜ਼ਿਆਦਾ ਵੱਧ ਜਾਵੇ, ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਇਹ ਹਰ ਉਮਰ ਅਤੇ ਜ਼ਿੰਦਗੀ ਦੇ ਹਰ ਪੜਾਅ 'ਤੇ ਪ੍ਰਭਾਵ ਪਾਉਂਦਾ ਹੈ। ਤਣਾਅ ਆਮ ਤੌਰ 'ਤੇ ਸੁਰੱਖਿਆ ਕਰਮਚਾਰੀ ਉੱਤੇ ਸਰੀਰਕ ਅਤੇ ਮਾਨਸਿਕ ਬੇਚੈਨੀ ਪੈਦਾ ਕਰਦਾ ਹੈ। ਇਹ ਬੇਚੈਨੀਆਂ ਥੋੜ੍ਹੀ ਦੇਰ ਲਈ ਜਾਂ ਕਾਫੀ ਦੇਰ ਲਈ ਹੋ ਸਕਦੀਆਂ ਹਨ। ਥੋੜ੍ਹੀ ਦੇਰ ਵਾਲੀ ਸਰੀਰਕ ਬੇਚੈਨੀ ਦੇ ਲੱਛਣਾਂ ਵਿੱਚ ਸ਼ਾਮਲ ਹਨ: ਪੱਠਿਆਂ ਵਿੱਚ ਖਿਚਾਵ, ਤੇਜ਼ੀ ਨਾਲ ਸਾਹ ਲੈਣਾ, ਜ਼ਿਆਦਾ ਪਸੀਨਾ ਆਉਣਾ, ਠੀਕ ਫੈਸਲੇ ਲੈਣ ਵਿੱਚ ਅਸਮਰੱਥ ਹੋਣਾ, ਮਾਨਸਿਕ ਸ਼ਕਤੀ ਦਾ ਭਟਕਾਅ ਜਾਂ ਨਿਰਾਸ਼ਾ ਵਿੱਚ ਬਦਲ ਜਾਣਾ, ਚਿੰਤਾ ਅਤੇ ਗੁੱਸੇ ਵਾਲਾ ਸੁਭਾਅ ਬਣ ਜਾਣਾ। ਕਾਫੀ ਦੇਰ ਤੱਕ ਚੱਲਣ ਵਾਲੇ ਸਰੀਰਕ ਲੱਛਣ ਇਹ ਹਨ: ਥਕਾਵਟ, ਸਿਰ ਦਰਦ, ਪਿੱਠ ਦਾ ਦਰਦ, ਪਾਚਨ ਕਿਰਿਆ ਦੀਆਂ ਸਮੱਸਿਆਵਾਂ ਅਤੇ ਕੰਮ ਸੰਬੰਧੀ ਬਿਮਾਰੀਆਂ। ਕੁਝ ਵਿਅਕਤੀਆਂ ਨੂੰ ਦੂਸਰਿਆਂ ਦੇ ਮੁਕਾਬਲੇ ਤਣਾਅ ਅਤੇ ਚਿੰਤਾ ਘੱਟ ਹੁੰਦੀ ਹੈ। ਤਣਾਅ ਦੀ ਮਾਤਰਾ ਜਾਂ ਪੱਧਰ ਦਾ ਜ਼ਿਆਦਾਤਰ ਸੰਬੰਧ ਵਿਅਕਤੀ ਦੇ ਗੁਣਾਂ 'ਤੇ ਨਿਰਭਰ ਕਰਦਾ ਹੈ, ਜਿਵੇਂ ਸਾਡੀ ਸਰੀਰਕ ਸਿਹਤ, ਦੂਸਰਿਆਂ ਨਾਲ ਸਾਡੇ ਸੰਬੰਧ, ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀਆਂ ਦੀ ਸੰਖਿਆ ਜੋ ਅਸੀਂ ਨਿਭਾਉਂਦੇ ਹਾਂ। ਸਾਡੇ ਉੱਤੇ ਦੂਸਰਿਆਂ 'ਤੇ ਨਿਰਭਰ ਹੋਣ ਦੀ ਮਾਤਰਾ ਦਾ ਪੱਧਰ, ਸਾਡੀਆਂ ਆਸਾਂ, ਦੂਸਰਿਆਂ ਤੋਂ ਮਿਲਣ ਵਾਲੇ ਸਾਡੇ ਲਈ ਹਮਦਰਦੀ ਅਤੇ ਜ਼ਿੰਦਗੀ ਵਿੱਚ ਵਾਪਰਨ ਵਾਲੇ ਪਰਿਵਰਤਨ ਅਤੇ ਪਰੇਸ਼ਾਨ ਕਰ ਦੇਣ ਵਾਲੀਆਂ ਘਟਨਾਵਾਂ ਦੀ ਸੰਖਿਆ ਜੋ ਸਾਡੇ ਜੀਵਨ ਵਿੱਚ ਹੁਣੇ-ਹੁਣੇ ਹੀ ਵਾਪਰੀਆਂ ਹਨ। ਚਿੰਤਾ ਇੱਕ ਆਮ ਮਨੁੱਖੀ ਜਜ਼ਬਾਤ ਹੈ ਜਿਸ ਦਾ ਅਹਿਸਾਸ ਸਾਰਿਆਂ ਨੂੰ ਕਿਸੇ ਨਾ ਕਿਸੇ ਸਮੇਂ ਜ਼ਰੂਰ ਹੋਇਆ ਹੁੰਦਾ ਹੈ। ਬਹੁਤ ਸਾਰੇ ਲੋਕ ਫਿਕਰ ਮਹਿਸੂਸ ਕਰਦੇ ਹਨ ਜਾਂ ਘਬਰਾ ਜਾਂਦੇ ਹਨ ਜਦੋਂ ਉਹਨਾਂ ਨੂੰ ਕੋਈ ਸਮੱਸਿਆ ਆ ਜਾਂਦੀ ਹੈ। ਉਦਾਹਰਣ ਵਜੋਂ, ਕਿਸੇ ਪ੍ਰੀਖਿਆ ਤੋਂ ਪਹਿਲਾਂ ਜਾਂ ਕਈ ਮਹੱਤਵਪੂਰਨ ਫੈਸਲੇ ਲੈਣ ਤੋਂ ਪਹਿਲਾਂ ਤੁਹਾਨੂੰ ਫਿਕਰਮੰਦ ਜ਼ਰੂਰ ਰਹਿਣਾ ਪਿਆ ਹੋਵੇਗਾ। ਇਸ ਇਕਾਈ ਵਿੱਚ ਅਸੀਂ ਤਣਾਅ,
ਦੇ ਕਈ ਪਹਿਲੂਆਂ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਇਸ ਬਾਰੇ ਵੀ ਸਿੱਖਾਂਗੇ। ਤਣਾਅ ਦਾ ਪ੍ਰਮੁੱਖ ਸਰੋਤ ਕਾਰਖਾਨਾ ਜਾਂ ਕੰਮ ਕਰਨ ਵਾਲੀ ਜਗ੍ਹਾ ਹੁੰਦਾ ਹੈ। ਕੰਮ ਕਰਨ ਵਾਲੀ ਜਗ੍ਹਾ ਅਤੇ ਕੰਮ ਦੀ ਕਿਸਮ ਬਹੁਤ ਸਾਰੇ ਫਿਕਰ ਅਤੇ ਤਣਾਅ ਪੈਦਾ ਕਰਨ ਵਾਲੇ ਹੁੰਦੇ ਹਨ। ਫਿਕਰ ਨੂੰ ਬੇਚੈਨੀ ਵਾਲੀ ਅਵਸਥਾ ਅਤੇ ਭਵਿੱਖ ਦੀ ਅਨਿਸ਼ਚਿਤਤਾ ਦੀ ਚਿੰਤਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਆਮ ਤੌਰ 'ਤੇ ਤਣਾਅ ਤੋਂ ਬਾਅਦ ਪੈਦਾ ਹੁੰਦਾ ਹੈ ਅਤੇ ਡਰ ਵਰਗੀ ਚੀਜ਼ ਪੈਦਾ ਕਰਦਾ ਹੈ। ਤਣਾਅਗ੍ਰਸਤ ਲੋਕ ਬੇਚੈਨ ਕਰ ਦੇਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਭਾਵ ਤਣਾਅ ਤੋਂ ਪਰੇਸ਼ਾਨ ਲੋਕ ਬੇਕਾਬੂ ਹੋ ਕੇ ਅਜਿਹਾ ਕੰਮ ਕਰ ਦਿੰਦੇ ਹਨ ਜੋ ਸਭ ਲਈ ਸਿਰ ਦਰਦ ਬਣ ਜਾਂਦਾ ਹੈ ਅਤੇ ਜ਼ਿੰਦਗੀ ਸਮੱਸਿਆਵਾਂ ਦਾ ਭੰਡਾਰ ਬਣ ਜਾਂਦੀ ਹੈ। ਬੁਰੀਆਂ ਘਟਨਾਵਾਂ ਦਾ ਅੰਤ ਦੁਖਾਂਤ ਭਰਪੂਰ ਦੁੱਖ ਘਟਨਾਵਾਂ ਨਾਲ ਹੁੰਦਾ ਹੈ ਜੋ ਸਾਨੂੰ ਬੁਰੀ ਤਰ੍ਹਾਂ ਅਚਾਨਕ ਹਿਲਾ ਕੇ ਰੱਖ ਦਿੰਦੀਆਂ ਹਨ। ਕੰਮ ਨਾਲ ਸੰਬੰਧਿਤ ਤਣਾਅ ਬਹੁਤ ਸਾਰੇ ਕਾਰਨਾਂ ਤੋਂ ਪੈਦਾ ਹੁੰਦਾ ਹੈ, ਜਿਵੇਂ ਬਹੁਤ ਹੀ ਜ਼ਿਆਦਾ ਜ਼ਰੂਰਤ ਨੂੰ ਪੂਰਾ ਕਰਨ ਦੀਆਂ ਮੰਗਾਂ, ਕੰਮ ਕਰਨ ਦੇ ਢੰਗ ਸੰਬੰਧੀ ਮਤਭੇਦ ਜਾਂ ਝਗੜੇ, ਕੰਮ ਤੋਂ ਪੈਦਾ ਹੋਈ ਬੋਰੀਅਤ ਜਾਂ ਉਕਤਾਹਟ, ਸਦਾਚਾਰਕ ਦੁਚਿੱਤੀਆਂ ਜਾਂ ਨੈਤਿਕ ਉਲਝਣਾਂ, ਜਾਂ ਫਿਰ ਅੰਤਰਨਿੱਜੀ ਸਮੱਸਿਆਵਾਂ। ਮਾਲਿਕਾਂ ਅਤੇ ਮੁਲਾਜ਼ਮਾਂ ਨੂੰ ਕੰਮ ਉੱਤੇ ਹੋਣ ਵਾਲੇ ਫਿਕਰ ਅਤੇ ਤਣਾਅ ਦੀਆਂ ਨਿਸ਼ਾਨੀਆਂ ਦਾ ਲੱਛਣਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਤਪਾਦਨ ਸ਼ਕਤੀ ਪ੍ਰਭਾਵਿਤ ਨਾ ਹੋਵੇ ਅਤੇ ਜ਼ਿੰਦਗੀ ਦੀ ਗੁਣਵੱਤਾ ਵੀ ਵਧੀਆ ਬਣੀ ਰਹੇ। ਭਾਵ ਮਾਲਿਕ ਅਤੇ ਮੁਲਾਜ਼ਮਾਂ ਨੂੰ ਫਿਕਰ ਅਤੇ ਤਣਾਅ ਦੇ ਲੱਛਣ ਕਾਰਨਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਹੱਲ ਕੀਤਾ ਜਾ ਸਕੇ। ਇਸ ਨਾਲ ਉਤਪਾਦਨ ਪ੍ਰਕਿਰਿਆ ਬਿਹਤਰ ਬਣੀ ਰਹੇਗੀ ਅਤੇ ਜ਼ਿੰਦਗੀ ਵੀ ਸੁਖੀ ਰਹੇਗੀ। ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਦੇਖਣ ਕਿ ਕੰਮ ਕਰਦੇ ਹੋਏ ਉਹਨਾਂ ਦੇ ਕਰਮਚਾਰੀ ਕਿਵੇਂ ਕੰਮ ਕਰਦੇ ਹਨ ਅਤੇ ਘਰੇਲੂ ਜ਼ਿੰਦਗੀ 'ਚ ਕੋਈ ਤਾਲਮੇਲ ਹੈ ਜਾਂ ਨਹੀਂ। ਭਾਵ ਕੰਮ ਅਤੇ ਘਰ 'ਚ ਤਾਲਮੇਲ ਹੋਣਾ ਚਾਹੀਦਾ ਹੈ। ਫਿਕਰ ਇੱਕ ਆਮ ਜਿਹਾ ਮੂਡ ਹੈ ਜੋ ਬਿਨਾਂ ਕਿਸੇ ਪਛਾਣੇ ਜਾ ਸਕਣ ਵਾਲੇ ਉਤੇਜਕ ਤੋਂ ਪੈਦਾ ਹੋ ਜਾਂਦਾ ਹੈ। ਭਾਵ ਫਿਕਰ ਕਰਨ ਦਾ ਬਾਹਰੋਂ ਕੋਈ ਸਪਸ਼ਟ ਕਾਰਨ ਨਹੀਂ ਦਿਸਦਾ ਜਿਸ ਤੋਂ ਉਤੇਜਨਾ ਪੈਦਾ ਹੋ ਜਾਵੇ, ਜਿਵੇਂ ਇਸ ਡਰ ਤੋਂ ਅਲੱਗ ਹੈ। ਭਾਵ ਫਿਕਰ ਅਤੇ ਡਰ ਦੋ ਅਲੱਗ-ਅਲੱਗ ਮਾਨਸਿਕ ਹਾਲਤਾਂ ਹਨ। ਡਰ ਕਿਸੇ ਮਿਲਣ ਵਾਲੀ ਜਾਂ ਮਿਲ ਚੁੱਕੀ ਧਮਕੀ ਜਾਂ ਖਤਰੇ ਨੂੰ ਮਹਿਸੂਸ ਕਰਕੇ ਹੁੰਦਾ ਹੈ। ਫਿਕਰ ਕਦੇ-ਕਦੇ ਘਬਰਾਹਟ ਜਾਂ ਡਰ ਵਾਲੇ ਦੌਰੇ ਦਾ ਕਾਰਨ ਬਣ ਜਾਵੇਗਾ ਜੋ ਬਹੁਤ ਹੀ ਜ਼ਿਆਦਾ ਭਿਆਨਕ ਡਰ ਦਾ ਰੂਪ ਹੁੰਦਾ ਹੈ। ਭਾਵ ਜ਼ਿਆਦਾ ਡਰ ਕਦੇ-ਕਦੇ ਦੌਰਿਆਂ ਦਾ ਰੂਪ ਧਾਰਨ ਕਰ ਜਾਂਦਾ ਹੈ। ਜਦੋਂ ਡਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਹ ਚਿੰਤਾ ਵਾਲੇ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਜਾਂਦਾ ਹੈ। ਚਿੰਤਾ ਜਾਂ ਨੌਕਰੀ ਸੰਬੰਧੀ ਤਣਾਅ। ਜ਼ਿਆਦਾਤਰ ਲੋਕਾਂ ਲਈ ਚਿੰਤਾ ਜਾਂ ਫਿਕਰ ਤਣਾਅ ਪ੍ਰਤੀ ਇੱਕ ਅਸਥਾਈ ਪ੍ਰਤੀਕਿਰਿਆ ਹੈ। ਭਾਵ ਤਣਾਅ ਦਾ ਕਾਰਨ ਚਿੰਤਾ ਹੈ। ਇਹ ਉਸ ਵੇਲੇ ਇੱਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਇਹ ਤੁਹਾਨੂੰ ਬਿਲਕੁਲ ਆਮ ਵਰਗੀ ਜ਼ਿੰਦਗੀ ਜਿਉਣ ਤੋਂ ਰੋਕਦੀ ਹੈ। ਚਿੰਤਾ ਜਾਂ ਫਿਕਰ ਸੰਬੰਧੀ ਗੜਬੜ ਇੱਕ ਗੰਭੀਰ ਮਾਨਸਿਕ ਰੋਗ ਹੈ। ਚਿੰਤਾ ਸੰਬੰਧੀ ਗੜਬੜ ਵਾਲੇ ਮਾਨਸਿਕ ਰੋਗਾਂ ਵਾਲੇ ਵਿਅਕਤੀ ਲਈ ਫਿਕਰ ਅਤੇ ਡਰ ਲਗਾਤਾਰ ਰਹਿਣ ਵਾਲੇ ਅਤੇ ਉਹਨਾਂ ਉੱਤੇ
ਭਾਰੂ ਹੁੰਦੇ ਹਨ। ਫਿਕਰ ਸੰਬੰਧੀ ਮਾਨਸਿਕ ਗੜਬੜ ਵਾਲੇ ਰੋਗਾਂ ਦਾ ਸਹੀ ਕਾਰਨ ਕੀ ਹੈ, ਇਸ ਬਾਰੇ ਕੁਝ ਪਤਾ ਨਹੀਂ। ਜਿਉਂ-ਜਿਉਂ ਸਾਇੰਸਦਾਨ ਮਾਨਸਿਕ ਰੋਗ 'ਤੇ ਆਪਣੀ ਖੋਜ ਕਰ ਰਹੇ ਹਨ, ਇਹ ਸਪਸ਼ਟ ਹੁੰਦਾ ਜਾਂਦਾ ਹੈ ਕਿ ਇਹਨਾਂ ਮਾਨਸਿਕ ਵਿਗਾੜਾਂ ਜਾਂ ਗੜਬੜਾਂ ਦਾ ਕਾਰਨ ਬਹੁਤ ਸਾਰੇ ਕਾਰਕਾਂ ਦੇ ਮੇਲ ਹੁੰਦੇ ਹਨ। ਭਾਵ ਬਹੁਤ ਸਾਰੇ ਕਾਰਨ ਹੁੰਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ ਦਿਮਾਗ ਵਿੱਚ ਪਰਿਵਰਤਨ, ਸਰੀਰ ਦੇ ਹਾਰਮੋਨਾਂ ਵਿੱਚ ਪਰਿਵਰਤਨ ਅਤੇ ਵਾਤਾਵਰਣ ਸੰਬੰਧੀ ਤਣਾਅ। ਅਧਿਐਨ ਨੇ ਸਿੱਧ ਕੀਤਾ ਹੈ ਕਿ ਬਹੁਤ ਜ਼ਿਆਦਾ ਅਤੇ ਜ਼ਿਆਦਾ ਦੇਰ ਤੱਕ ਰਹਿਣ ਵਾਲਾ ਤਣਾਅ ਦਿਮਾਗ ਵਿਚਲੇ ਰਸਾਇਣਕ ਦੇ ਸੰਤੁਲਨ ਨੂੰ ਬਦਲ ਸਕਦਾ ਹੈ, ਜੋ ਮੂਡ ਜਾਂ ਮਾਨਸਿਕ ਸਥਿਤੀ ਨੂੰ ਕਾਬੂ ਰੱਖਦੇ ਹਨ। ਕੁਝ ਅਧਿਐਨਾਂ ਨੇ ਤਾਂ ਇਹ ਵੀ ਸਿੱਧ ਕੀਤਾ ਹੈ ਕਿ ਘਰ ਵਿੱਚ ਫਿਕਰ ਵਾਲੇ ਮਾਨਸਿਕ ਵਿਗਾੜ ਪੈਦਾ ਹੋ ਜਾਂਦੇ ਹਨ, ਭਾਵ ਪਰਿਵਾਰ ਚਿੰਤਾਵਾਂ ਵਿੱਚ ਡੁੱਬ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਉਹ ਇੱਕ ਤੋਂ ਜਾਂ ਦੋਵਾਂ ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਚਿੰਤਾ ਵਾਲੇ ਮਾਨਸਿਕ ਵਿਗਾੜ ਪ੍ਰਾਪਤ ਕਰਦੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬੱਚਾ ਆਪਣੇ ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਵਾਲ ਜਾਂ ਅੱਖਾਂ ਦਾ ਰੰਗ ਪ੍ਰਾਪਤ ਕਰਦਾ ਹੈ। ਅੱਗੇ ਹੈ ਨੌਕਰੀ ਜਾਂ ਕੰਮ ਸੰਬੰਧੀ ਤਣਾਅ। ਹਰ ਨੌਕਰੀ ਜਾਂ ਕੰਮ ਦੀਆਂ ਆਪਣੀਆਂ ਚੁਣੌਤੀਆਂ, ਸਮੱਸਿਆਵਾਂ ਅਤੇ ਤਣਾਅ ਹੁੰਦੇ ਹਨ। ਨੌਕਰੀ ਦੇ ਤਣਾਅ ਵਾਲੀ ਧਾਰਨਾ ਜਾਂ ਵਿਚਾਰ ਨੂੰ ਆਮ ਤੌਰ 'ਤੇ ਕੰਮ ਵਾਲੇ ਸਥਾਨ ਨਾਲ ਗਲਤੀ ਨਾਲ ਜੋੜ ਲਿਆ ਜਾਂਦਾ ਹੈ, ਪਰੰਤੂ ਇਹ ਅਲੱਗ ਕਿਸਮ ਦੇ ਵਿਚਾਰ ਜਾਂ ਧਾਰਨਾਵਾਂ ਹਨ। ਚੁਣੌਤੀਆਂ ਵਿਅਕਤੀ ਨੂੰ ਕੰਮ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਨਾ ਦਿੰਦੀਆਂ ਹਨ। ਚੁਣੌਤੀਆਂ ਸਾਨੂੰ ਸਿੱਖਣ ਲਈ ਉਤਸ਼ਾਹਿਤ ਕਰਦੀਆਂ ਹਨ ਅਤੇ ਨਵੇਂ ਹੁਨਰ ਪ੍ਰਾਪਤ ਕਰਨ ਲਈ ਉਕਸਾਉਂਦੀਆਂ ਹਨ, ਤਾਂ ਕਿ ਦਿੱਤੇ ਗਏ ਨਿਸ਼ਾਨਿਆਂ ਨੂੰ ਪੂਰਾ ਕਰਨ ਦੇ ਯੋਗ ਬਣ ਸਕੋ ਅਤੇ ਤਜਰਬਾ ਪ੍ਰਾਪਤ ਕਰ ਸਕੋ। ਦੂਸਰੇ ਪਾਸੇ ਨੌਕਰੀ ਜਾਂ ਕੰਮ ਸੰਬੰਧੀ ਤਣਾਅ ਕਰਮਚਾਰੀਆਂ ਦੀ ਸਿਹਤ ਲਈ ਖਤਰੇ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਹੌਲੀ-ਹੌਲੀ ਉਹਨਾਂ ਦੇ ਹੁਨਰ ਅਤੇ ਪ੍ਰਾਪਤੀਆਂ 'ਤੇ ਵੀ ਪ੍ਰਭਾਵ ਪਾਉਣ ਲੱਗ ਪੈਂਦਾ ਹੈ। ਸਧਾਰਨ ਸ਼ਬਦਾਂ ਵਿੱਚ ਤਣਾਅ ਅੰਦਰੂਨੀ ਅਤੇ ਬਾਹਰੀ ਕਾਰਕਾਂ ਦੋਵਾਂ ਨਾਲ ਹੀ ਸੰਬੰਧਿਤ ਹੈ। ਬਾਹਰੀ ਕਾਰਕਾਂ ਵਿੱਚ ਭੌਤਿਕ ਵਾਤਾਵਰਣ, ਜਿਨ੍ਹਾਂ ਵਿੱਚ ਸ਼ਾਮਿਲ ਹਨ ਕੰਮ ਜਾਂ ਨੌਕਰੀ, ਦੂਸਰਿਆਂ ਨਾਲ ਸੰਬੰਧ, ਘਰ, ਚੁਣੌਤੀਆਂ, ਕਠਿਨਾਈਆਂ ਅਤੇ ਹਰ ਰੋਜ਼ ਪੇਸ਼ ਆਉਣ ਵਾਲੀਆਂ ਆਸਾਂ, ਜਿਨ੍ਹਾਂ ਦੀ ਪੂਰਤੀ ਲਈ ਜੂਝਦੇ ਹਾਂ। ਅੰਦਰੂਨੀ ਕਾਰਕ ਉਹ ਹਨ ਜੋ ਤੁਹਾਡੇ ਸਰੀਰ ਦੀ ਸਮਰੱਥਾ ਨੂੰ ਬਣਾਈ ਰੱਖਦੇ ਹਨ ਅਤੇ ਬਾਹਰੀ ਤਣਾਅ ਪੈਦਾ ਕਰਨ ਵਾਲੇ ਕਾਰਕਾਂ ਨਾਲ ਸੰਬੰਧਿਤ ਹਨ। ਅੰਦਰੂਨੀ ਕਾਰਕ ਉਹ ਹਨ ਜੋ ਤੁਹਾਡੀ ਸਹਿਣ ਕਰਨ ਦੀ ਸਮਰੱਥਾ ਜਾਂ ਯੋਗਤਾ 'ਤੇ ਪ੍ਰਭਾਵ ਪਾਉਂਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ ਤੁਹਾਡਾ ਖੁਰਾਕੀ ਤੱਤਾਂ ਸੰਬੰਧੀ ਪੱਧਰ, ਭਾਵ ਤੁਸੀਂ ਕਿੰਨਾ ਕੁ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਂਦੇ ਹੋ, ਸਿਹਤ ਅਤੇ ਤੰਦਰੁਸਤੀ ਸੰਬੰਧੀ ਸਾਰੇ ਪੱਧਰ, ਜਜ਼ਬਾਤੀ ਤੌਰ 'ਤੇ ਮਜ਼ਬੂਤੀ, ਸੌਣ ਦੀ ਮਾਤਰਾ, ਭਾਵ ਕੀ ਪੂਰੀ ਨੀਂਦ ਲੈਂਦੇ ਹੋ ਅਤੇ ਆਰਾਮ ਜੋ ਤੁਹਾਨੂੰ ਮਿਲਦਾ ਹੈ ਉਸ ਦੀ ਮਾਤਰਾ। ਨੌਕਰੀ ਜਾਂ ਕੰਮ ਸੰਬੰਧੀ ਤਣਾਅ ਦੇ ਆਮ ਕਾਰਨ। ਬਹੁਤ ਸਾਰੇ ਮੁੱਦੇ ਜੋ ਕੁਝ ਹੱਦ ਤੱਕ ਸਿਰਦਰਦੀ ਪੈਦਾ ਕਰਨ ਵਾਲੇ ਜਾਂ ਸੁਰੱਖਿਆ ਕਰਮਚਾਰੀ ਦੀ ਜ਼ਿੰਦਗੀ ਵਿੱਚ ਤਣਾਅ ਪੈਦਾ ਕਰਨ ਵਾਲੇ ਕਾਰਕਾਂ ਵਿੱਚ ਸ਼ਾਮਿਲ ਹਨ, ਪਰ ਉਹ ਕੁਝ ਹੱਦ ਤੱਕ ਹੀ ਸੀਮਤ ਨਹੀਂ ਹੁੰਦੇ। ਪਿਆਰੇ ਵਿਦਿਆਰਥੀਓ, ਅੱਗੇ ਅਸੀਂ ਦੇਖਾਂਗੇ ਕਿ ਉਹ ਕਿਹੜੇ-ਕਿਹੜੇ ਕਾਰਨ ਹਨ ਜੋ
ਕੰਮ ਵਾਲੇ ਸਥਾਨ 'ਤੇ ਤਣਾਅ ਪੈਦਾ ਕਰਦੇ ਹਨ। ਕੰਮ ਸੰਬੰਧੀ ਬੁਰੀਆਂ ਹਾਲਤਾਂ। ਇਸ ਵਿੱਚ ਸ਼ਾਮਲ ਹੈ ਭੌਤਿਕ ਆਲਾ ਦੁਆਲਾ, ਕੰਮ ਨਾਲ ਸੰਬੰਧਿਤ ਢੁਕਵੇਂ ਔਜ਼ਾਰਾਂ ਦਾ ਨਾ ਹੋਣਾ, ਘਰ ਅਤੇ ਕੰਮ ਵਾਲੇ ਸਥਾਨ ਉੱਤੇ ਸਫਾਈ ਦੀ ਬੁਰੀ ਹਾਲਤ, ਠੀਕ ਮਾਤਰਾ ਵਿੱਚ ਜਾਂ ਉਚਿਤ ਮਾਤਰਾ ਵਿੱਚ ਖਾਣਾ ਨਾ ਮਿਲਣਾ ਆਦਿ। ਕਮਜ਼ੋਰ ਮਾਨਸਿਕ ਸਿਹਤ ਜਾਂ ਮਾਨਸਿਕ ਰੂਪ ਵਿੱਚ ਬਿਮਾਰ। ਤਣਾਅ ਦਿਮਾਗ ਦੇ ਤੰਤੂਆਂ ਦੀ ਗੰਭੀਰ ਭੰਨ ਤੋੜ ਜਾਂ ਦਿਮਾਗੀ ਤੰਤੂਆਂ ਵਿੱਚ ਵਿਗਾੜ ਪੈਦਾ ਕਰਦਾ ਹੈ, ਜੋ ਬਹੁਤ ਵੱਡੀਆਂ ਗਲਤੀਆਂ ਅਤੇ ਖਤਰਨਾਕ ਜ਼ਖਮਾਂ ਦਾ ਰੂਪ ਧਾਰਨ ਕਰ ਸਕਦਾ ਹੈ। ਇਹ ਸਿੱਧੇ ਤੌਰ 'ਤੇ ਦੁਖੀ ਜਾਂ ਬੇਚੈਨ ਕਰ ਦੇਣ ਵਾਲੀਆਂ ਕੰਮ ਦੀਆਂ ਹਾਲਤਾਂ ਨਾਲ ਜੁੜਿਆ ਹੋਇਆ ਹੈ। ਜਲਦੀ ਕੰਮ ਕਰਨ ਦੀ ਜ਼ਰੂਰਤ, ਬਹੁਤ ਔਖੇ ਹੋ ਕੇ ਜ਼ਿਆਦਾ ਸਰੀਰਕ ਯਤਨ ਜਾਂ ਜ਼ੋਰ ਨਾਲ ਦਿੱਤੇ ਹੋਏ ਕੰਮ ਨੂੰ ਪੂਰਾ ਕਰਨਾ, ਇਹਨਾਂ ਦਾ ਤਜਰਬਾ ਸੁਰੱਖਿਆ ਕਰਮਚਾਰੀ ਨੂੰ ਵੀ ਹਰ ਰੋਜ਼ ਹੁੰਦਾ ਹੈ। ਵਾਤਾਵਰਣ ਸੰਬੰਧੀ ਸਮੱਸਿਆਵਾਂ ਨਾਲ ਜੂਝਣਾ। ਸੁਰੱਖਿਆ ਕਰਮਚਾਰੀਆਂ ਦਾ ਕਦੇ-ਕਦੇ ਜਾਂ ਅਕਸਰ ਵਾਤਾਵਰਣ ਸੰਬੰਧੀ ਸਮੱਸਿਆ ਨਾਲ ਵਾਹ ਪੈਂਦਾ ਰਹਿੰਦਾ ਹੈ, ਜਿਵੇਂ ਜ਼ਹਿਰੀਲੀਆਂ ਗੈਸਾਂ, ਖਤਰਨਾਕ ਰਸਾਇਣਕ ਪਦਾਰਥਾਂ ਨਾਲ ਵਾਸਤਾ ਪੈਣਾ ਜਾਂ ਅਜਿਹੀਆਂ ਹਾਲਤਾਂ ਵੀ ਚਿੰਤਾ ਅਤੇ ਤਣਾਅ ਪੈਦਾ ਕਰਦੀਆਂ ਹਨ। ਕੰਮ ਦੀ ਸ਼ਿਫਟ ਜਾਂ ਕੰਮ 'ਤੇ ਜਾਣ ਦਾ ਸਮਾਂ। ਸੁਰੱਖਿਆ ਕਰਮਚਾਰੀਆਂ ਦੇ ਕੰਮ ਦੇ ਘੰਟੇ ਜਾਂ ਸਮਾਂ ਸਾਰਣੀ ਬਹੁਤ ਜ਼ਿਆਦਾ ਗੰਭੀਰ ਅਤੇ ਮਹੱਤਵਪੂਰਨ ਹੁੰਦੀ ਹੈ। ਕੰਮ ਕਰਨ ਦਾ ਸਮਾਂ ਅਤੇ ਉਸ ਨਾਲ ਸੰਬੰਧਿਤ ਸਿਸਟਮ ਜਾਂ ਕਾਰਜ ਪ੍ਰਣਾਲੀ ਸੁਰੱਖਿਆ ਕਰਮਚਾਰੀ ਦੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਖਿਲਵਾੜ ਕਰਦੇ ਹਨ। ਸ਼ਿਫਟਾਂ ਵਿੱਚ ਕੀਤਾ ਜਾਣ ਵਾਲਾ ਕੰਮ ਖੂਨ ਦੇ ਦਬਾਅ ਦਾ ਕਾਰਨ ਬਣਦਾ ਹੈ। ਦਿਲ ਅਤੇ ਫੇਫੜਿਆਂ ਜਾਂ ਸਰੀਰਕ ਹਰਕਤ 'ਚ ਕਮੀ ਪੇਸ਼ੀ, ਖੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਘਟਣਾ ਜਾਂ ਵਧਣਾ, ਮਾਨਸਿਕ ਸਮਰੱਥਾ, ਕੰਮ ਕਰਨ ਦੀ ਪ੍ਰੇਰਣਾ, ਸੌਣ ਜਾਂ ਨੀਂਦ ਲੈਣ ਦੇ ਤਰੀਕੇ, ਪਰਿਵਾਰ ਅਤੇ ਸਮਾਜਿਕ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਰੂਪ ਵਿੱਚ ਦੇਖਿਆ ਗਿਆ ਹੈ। ਬਹੁਤ ਦੇਰ ਤੱਕ ਕੰਮ ਕਰਨਾ ਜਾਂ ਬਹੁਤ ਲੰਬੀ ਡਿਊਟੀ। ਸੁਰੱਖਿਆ ਸੰਬੰਧੀ ਕੰਮ ਇੱਕ ਅਜਿਹਾ ਕੰਮ ਹੈ ਜਾਂ ਡਿਊਟੀ ਹੈ ਜੋ ਦਿਨ ਰਾਤ ਹਰ ਵੇਲੇ ਚੱਲਦਾ ਰਹਿੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਡਿਊਟੀ ਵਾਲੇ ਸਥਾਨ 'ਤੇ ਬਹੁਤ ਜ਼ਿਆਦਾ ਭੀੜ, ਸਾਹ ਤੇਜ਼ੀ ਨਾਲ ਲੈਣਾ ਜਾਂ ਸਾਹ ਪ੍ਰਕਿਰਿਆ ਦਾ ਪ੍ਰਭਾਵਿਤ ਹੋਣਾ ਅਤੇ ਮਾਸਪੇਸ਼ੀਆਂ ਵਿੱਚ ਖਿਚਾਵ ਦਾ ਪੈਦਾ ਹੋਣਾ ਸੁਰੱਖਿਆ ਕਰਮਚਾਰੀ ਦੀ ਸਿਹਤ ਲਈ ਪ੍ਰਮੁੱਖ ਖਤਰਾ ਹੁੰਦਾ ਹੈ। ਨਵਾਂ ਤਕਨੀਕੀ ਵਿਗਿਆਨ ਜਾਂ ਆਧੁਨਿਕ ਤਕਨਾਲੋਜੀ। ਕੰਮ ਵਿੱਚ ਨਵੀਂ ਤਕਨਾਲੋਜੀ ਆ ਜਾਣ ਕਰਕੇ ਸਾਰੇ ਕਾਮਿਆਂ ਲਈ ਜ਼ਰੂਰੀ ਹੋ ਗਿਆ ਹੈ ਕਿ ਉਹ ਨਵੇਂ ਔਜ਼ਾਰ, ਪ੍ਰਬੰਧ ਜਾਂ ਸਿਸਟਮ ਅਤੇ ਕੰਮ ਦੇ ਨਵੇਂ ਤਰੀਕਿਆਂ ਦੀ ਵਰਤੋਂ ਕਰਨ। ਸੂਚਨਾ ਅਤੇ ਸੰਚਾਰ ਦੀ ਤਕਨੀਕ ਵਿੱਚ ਉੱਨਤੀ ਅਤੇ ਉਸ ਦਾ ਵਿਸ਼ਵੀਕਰਨ ਹੋ ਜਾਣ ਕਰਕੇ ਕੰਮ ਵਾਲੇ ਸਥਾਨ ਦੇ ਉਤਪਾਦਨ ਸਮਰੱਥਾ ਵੀ ਕਾਫੀ ਵੱਧ ਗਈ ਹੈ, ਪਰ ਸਭ ਕੁਝ ਹੋਣ ਦੇ ਨਾਲ ਕਰਮਚਾਰੀਆਂ ਵਿੱਚ ਤਣਾਅ ਵੀ ਕਾਫੀ ਵੱਧ ਗਿਆ ਹੈ।
ਆਮ ਕੀਤਾ ਜਾਣ ਵਾਲਾ ਕੰਮ। ਇੱਕ ਹੀ ਤਰ੍ਹਾਂ ਦਾ ਅਤੇ ਬਾਰ-ਬਾਰ ਕੀਤਾ ਜਾਣਾ ਉਹ ਹੀ ਕੰਮ ਅਤੇ ਉਕਤ ਦੇਣ ਵਾਲਾ ਕੰਮ ਦੇ ਘੰਟੇ ਜਾਂ ਡਿਊਟੀ ਦਾ ਬਜਵਾਂ ਸਮਾਂ ਚਿੰਤਾ ਵਿੱਚ ਵਾਧਾ ਕਰ ਦਿੰਦਾ ਹੈ ਅਤੇ ਸੁਰੱਖਿਆ ਕਰਮਚਾਰੀਆਂ ਦੀ ਸਿਹਤ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕੰਮ ਜਾਂ ਡਿਊਟੀ ਪ੍ਰਤੀ ਸ਼ੱਕ ਜਾਂ ਅਸਪਸ਼ਟਤਾ। ਜਦੋਂ ਕੰਮ ਜਾਂ ਨੌਕਰੀ ਬਾਰੇ ਅਸਪਸ਼ਟਤਾ ਹੋਵੇ, ਭਾਵ ਕਿਹੜਾ ਕੰਮ ਕਿਵੇਂ, ਕਦੋਂ ਅਤੇ ਕਿੱਥੇ ਕਰਨਾ ਹੈ ਵਰਗੀਆਂ ਸ਼ੰਕਾਵਾਂ ਹੋਣ, ਤਾਂ ਅਜਿਹਾ ਕੰਮ ਸਭ ਤੋਂ ਨਿਕੰਮੇ ਨਤੀਜੇ ਵਾਲੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਕੰਮ 'ਤੇ ਹੋਣ ਵਾਲੀਆਂ ਪ੍ਰਾਪਤੀਆਂ ਅਤੇ ਉਸ ਦੇ ਨਤੀਜਿਆਂ ਦੀਆਂ ਆਸਾਂ ਵਿੱਚ ਅਨਿਸ਼ਚਿਤਤਾ ਹੁੰਦੀ ਹੈ ਅਤੇ ਨਜ਼ਰਸਾਨੀ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਕਰਮਚਾਰੀਆਂ ਤੋਂ ਅਲੱਗ-ਅਲੱਗ ਕਿਸਮ ਦੀਆਂ ਆਸਾਂ ਹੁੰਦੀਆਂ ਹਨ ਅਤੇ ਇਹਨਾਂ ਆਸਾਂ ਦੀ ਪੂਰਤੀ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਅਸਪਸ਼ਟ ਬਣਾ ਦਿੱਤੀਆਂ ਜਾਂਦੀਆਂ ਹਨ। ਕੰਮ ਜਾਂ ਭੂਮਿਕਾ ਸੰਬੰਧੀ ਝਗੜੇ ਜਾਂ ਸਮੱਸਿਆਵਾਂ। ਜਦੋਂ ਕੋਈ ਵਿਅਕਤੀ ਸਮੱਸਿਆ ਭਰਪੂਰ ਮੰਗਾਂ ਦੀ ਪੂਰਤੀ ਕਰਨ ਵਿੱਚ ਬੁਰੀ ਤਰ੍ਹਾਂ ਫਸਿਆ ਹੋਵੇ ਅਤੇ ਅਣਚਾਹੇ ਕੰਮ ਨੂੰ ਕਰਨ ਲਈ ਮਜਬੂਰ ਕੀਤਾ ਗਿਆ ਹੋਵੇ, ਜਾਂ ਅਜਿਹੇ ਕੰਮ ਜਾਂ ਚੀਜ਼ਾਂ ਜੋ ਉਸ ਦੀ ਡਿਊਟੀ ਜਾਂ ਕੰਮ ਦਾ ਹਿੱਸਾ ਜਾਂ ਉਸ ਨਾਲ ਸੰਬੰਧਿਤ ਨਾ ਹੋਣ, ਤਾਂ ਫਿਰ ਇਹ ਨੌਕਰੀ ਜਾਂ ਅਜਿਹੇ ਕੰਮ ਉਸ ਦੇ ਲਈ ਤਣਾਅ ਦਾ ਸਬੱਬ ਬਣ ਜਾਂਦੇ ਹਨ ਤੇ ਉਹ ਤਣਾਅ 'ਚ ਬੁਰੀ ਤਰ੍ਹਾਂ ਗੁਜ਼ਰਦਾ ਹੈ। ਇਹ ਤਣਾਅ ਹੋਰ ਵੀ ਵੱਧ ਜਾਂਦਾ ਹੈ ਜਦੋਂ ਉਹ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਾ ਕਰ ਸਕਦਾ ਹੋਵੇ। ਇਹ ਲੋਕ ਉਸ ਦੇ ਦੋਸਤ ਜਾਂ ਰਿਸ਼ਤੇਦਾਰ ਵੀ ਹੋ ਸਕਦੇ ਹਨ। ਭਾਵ ਤਣਾਅ ਖਤਮ ਕਰਨ ਲਈ ਸੁਖਾਵਾਂ ਮਾਹੌਲ, ਮਿੱਤਰਾਂ ਦੋਸਤਾਂ ਨਾਲ ਦਿਲ ਦੀ ਗੱਲਬਾਤ ਕਰਨਾ ਅਤੇ ਡਿਊਟੀ ਪ੍ਰਤੀ ਸਪਸ਼ਟਤਾ ਅਤੇ ਦੋਸਤਾਨਾ ਮਾਲਕ ਮਜ਼ਦੂਰ ਸਬੰਧ ਜ਼ਰੂਰੀ ਹੁੰਦੇ ਹਨ। ਆਪਣੇ ਅਧੀਨ ਜਾਂ ਸਾਥੀ ਕਰਮਚਾਰੀ ਨਾਲ ਸੰਬੰਧ। ਅਫਸਰਾਂ ਜਾਂ ਪ੍ਰਬੰਧਕਾਂ ਵੱਲੋਂ ਨਜ਼ਰਸਾਨੀ ਜਾਂ ਨਿਰੀਖਣ ਦਾ ਤਰੀਕਾ ਵੀ ਕਰਮਚਾਰੀਆਂ ਲਈ ਤਣਾਅ ਦਾ ਸਬੱਬ ਬਣ ਜਾਂਦਾ ਹੈ। ਭਾਵ ਨਿਰੀਖਣ 'ਚ ਸਖਤੀ, ਰੁੱਖਾਪਨ ਅਤੇ ਜ਼ਰੂਰਤ ਤੋਂ ਵੱਧ ਪਾਬੰਦੀ ਅਤੇ ਕਿੰਤੂ ਪ੍ਰੰਤੂ ਮਜ਼ਦੂਰ ਜਾਂ ਕਰਮਚਾਰੀਆਂ 'ਚ ਤਣਾਅ ਪੈਦਾ ਕਰਨ ਦਾ ਕਾਰਨ ਬਣਦੇ ਹਨ। ਸਹਿ ਕਰਮਚਾਰੀ ਜਾਂ ਸਾਥੀ ਕਰਮਚਾਰੀ ਨਾਲ ਸੰਬੰਧ। ਸਾਥੀ ਮਜ਼ਦੂਰਾਂ ਜਾਂ ਸਾਥੀ ਕਰਮਚਾਰੀਆਂ ਵਿੱਚ ਚੰਗੇ ਸੰਬੰਧ ਬਹੁਤ ਵਧੀਆ ਸਹਿਯੋਗ, ਸਭ ਨੂੰ ਬਹੁਤ ਸਹਾਇਤਾ ਪਹੁੰਚਾਉਂਦਾ ਹੈ ਜਾਂ ਸੁੱਖ ਵਾਲਾ ਵਾਤਾਵਰਨ ਸਿਰਜਦਾ ਹੈ, ਜਾਂ ਫਿਰ ਕਰਮਚਾਰੀਆਂ ਵਿੱਚ ਤਣਾਅ ਨੂੰ ਵਧਾਉਂਦਾ ਹੈ। ਭਾਵ ਜ਼ਰੂਰਤ ਤੋਂ ਜ਼ਿਆਦਾ ਖੁੱਲ੍ਹਾਪਣ ਵੀ ਤਣਾਅ ਪੈਦਾ ਕਰ ਸਕਦਾ ਹੈ। ਪੈਸੇ ਜਾਂ ਰੋਜੀ ਦੇ ਸਾਧਨਾਂ ਸੰਬੰਧੀ ਵਿਕਾਸ। ਵਿਕਾਸ ਕਰਨ ਵਾਲੇ ਅਫਸਰਾਂ ਜਾਂ ਤਰੱਕੀ ਦੇ ਅਵਸਰਾਂ 'ਚ ਕਮੀ ਭਵਿੱਖ ਦੀ ਚਿੰਤਾ ਕਰਨ ਸੰਬੰਧੀ ਕਾਰਨ ਹਨ। ਨੌਕਰੀ ਦੀ ਅਸੁਰੱਖਿਆ, ਭਾਵ ਨੌਕਰੀ ਦਾ ਅਸਥਾਈ ਜਾਂ ਅਨਿਸ਼ਚਿਤ ਹੋਣਾ, ਨੌਕਰੀ ਤੋਂ ਕੱਢੇ ਜਾਣ ਦਾ ਡਰ, ਬੇਕਾਰੀ ਦੀਆਂ ਸਮੱਸਿਆਵਾਂ, ਸੇਵਾ ਮੁਕਤੀ ਕੁਝ ਅਜਿਹੇ ਕਾਰਨ ਹਨ ਜੋ ਸੁਰੱਖਿਆ ਕਰਮਚਾਰੀ ਵਿੱਚ ਡਰ ਅਤੇ ਤਣਾਅ ਦੇ ਕਾਰਨ ਬਣਦੇ ਹਨ। ਆਰਥਿਕ ਤਣਾਅ। ਬਜਟ ਵਿੱਚ ਪੈਸਿਆਂ ਦੀ ਕਮੀ। ਜੋ ਲੋਕ ਪਹਿਲਾਂ ਹੀ ਆਰਥਿਕ ਤੰਗੀ ਦੇ ਤਣਾਅ 'ਚੋਂ ਲੰਘ ਰਹੇ ਹਨ, ਸਿਹਤ ਸੰਭਾਲ ਸੰਬੰਧੀ ਵਿਸ਼ਿਆਂ ਉੱਤੇ ਖਰਚ ਘਟਾਉਣ ਲਈ ਮਜਬੂਰ ਹੋ ਜਾਂਦੇ ਹਨ ਤਾਂ ਕਿ ਉਹਨਾਂ ਨੂੰ ਭੋਜਨ ਵਰਗੀ ਮੁੱਖ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਔਖਿਆਈ ਮਹਿਸੂਸ ਨਾ ਹੋਵੇ। ਇਹ ਵੀ ਤਣਾਅ ਵਿੱਚ ਵਾਧੇ ਦਾ ਕਾਰਨ ਬਣਦਾ ਹੈ। ਨੀਂਦ ਸੰਬੰਧੀ ਗੜਬੜ ਜਾਂ ਠੀਕ ਤਰ੍ਹਾਂ ਨੀਂਦ ਨਾ ਆਉਣਾ। ਸੁਰੱਖਿਆ ਕਰਮਚਾਰੀਆਂ ਨੂੰ
ਅਕਸਰ ਨੀਂਦ ਸੰਬੰਧੀ ਗੜਬੜ ਹੋਣ ਦਾ ਤਜਰਬਾ ਹੁੰਦਾ ਰਹਿੰਦਾ ਹੈ, ਜੋ ਅੱਗੇ ਵੱਧ ਕੇ ਨੀਂਦ ਘੱਟ ਆਉਣ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨਾਲ ਉਹਨਾਂ ਦੇ ਰੋਗ ਰਹਿਣ ਸਹਿਣ ਕਰਨ ਅਤੇ ਸਿੱਖਣ ਸਿਖਾਉਣ ਵਾਲੀਆਂ ਯੋਗਤਾਵਾਂ ਵਿੱਚ ਕਮੀ ਹੋ ਜਾਂਦੀ ਹੈ। ਫਿਕਰ ਅਤੇ ਨੀਂਦ ਦੀ ਗੜਬੜ ਦਾ ਮੁਕਾਬਲਾ ਕਰਨ ਲਈ ਲੋਕ ਬੀੜੀ ਸਿਗਰਟ ਪੀਣ, ਸ਼ਰਾਬ ਪੀਣ, ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਅਤੇ ਸਿਹਤ ਵਿੱਚ ਵਿਗਾੜ ਪੈਦਾ ਕਰਨ ਵਾਲੇ ਰੁਝਾਨਾਂ ਵਿੱਚ ਫਸ ਜਾਂਦੇ ਹਨ। ਤਣਾਅ 'ਤੇ ਕਾਬੂ ਪਾਉਣ ਦਾ ਅਰਥ ਹੈ ਸਿਆਣਪ ਆਧਾਰਿਤ ਜ਼ਿੰਦਗੀ ਬਿਤਾਉਣ ਦਾ ਇੱਕ ਤਰੀਕਾ, ਜੋ ਤਣਾਅ ਪੈਦਾ ਕਰਨ ਵਾਲੇ ਕਾਰਨ ਨੂੰ ਰੋਕਦਾ ਹੈ ਜਾਂ ਉਹਨਾਂ ਨੂੰ ਘਟਾਉਂਦਾ ਹੈ। ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸਮਝਾਉਣ ਕਿ ਤਣਾਅ ਨੂੰ ਕਿਵੇਂ ਕੰਟਰੋਲ ਕਰਨਾ ਹੈ। ਸੁਰੱਖਿਆ ਸੰਸਥਾਵਾਂ ਆਪਣੇ ਕਰਮਚਾਰੀਆਂ ਉੱਤੇ ਤਣਾਅ ਦੇ ਪ੍ਰਭਾਵਾਂ ਨੂੰ ਕੰਮ ਵਾਲੇ ਸਥਾਨ 'ਤੇ ਜਾਂ ਡਿਊਟੀ ਦੇ ਦੌਰਾਨ ਸਰੀਰਕ ਕਸਰਤਾਂ ਕਰਕੇ ਅਤੇ ਮਾਲਿਸ਼ ਕਰਨ ਵਾਲਿਆਂ ਦਾ ਪ੍ਰਬੰਧ ਕਰਕੇ ਘੱਟ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਸੁਰੱਖਿਆ ਕਰਮਚਾਰੀਆਂ ਜਾਂ ਹੋਰ ਮਜ਼ਦੂਰਾਂ ਨੂੰ ਸਿਖਾਏ ਜਾ ਸਕਣ ਵਾਲੇ ਪ੍ਰੋਗਰਾਮਾਂ ਤਣਾਅ ਦੇ ਲੱਛਣ ਅਤੇ ਤਣਾਅ ਦੇ ਸਰੋਤਾਂ, ਤਣਾਅ ਦੇ ਕਾਰਨ, ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਅਤੇ ਤਣਾਅ ਨੂੰ ਘਟਾਉਣ ਸੰਬੰਧੀ ਨਿੱਜੀ ਕੋਸ਼ਿਸ਼ਾਂ ਲਗਾਤਾਰ ਚਾਲੂ ਰੱਖਣਾ ਚਾਹੀਦਾ ਹੈ। ਤਣਾਅ ਨੂੰ ਘਟਾਉਣ ਸੰਬੰਧੀ ਸਿਖਲਾਈ ਤਣਾਅ ਦੇ ਲੱਛਣ ਨੂੰ ਤੇਜ਼ੀ ਨਾਲ ਘਟਾ ਸਕਦੀ ਹੈ, ਜਿਵੇਂ ਚਿੰਤਾ ਅਤੇ ਨੀਂਦ ਸੰਬੰਧੀ ਸਮੱਸਿਆਵਾਂ। ਮਾਲਕ ਨੂੰ ਕੀ ਕਰਨਾ ਚਾਹੀਦਾ ਹੈ? ਸਮੱਸਿਆਵਾਂ ਦੀ ਪਛਾਣ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ। ਸਮੱਸਿਆ ਨੂੰ ਠੀਕ ਤਰ੍ਹਾਂ ਸਮਝ ਕੇ ਉਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਹਰੇਕ ਹੱਲ ਦੇ ਨਫ਼ੇ ਨੁਕਸਾਨ ਦੀ ਸੂਚੀ ਬਣਾਉਣੀ ਚਾਹੀਦੀ ਹੈ। ਸਭ ਤੋਂ ਵਧੀਆ ਹੱਲ ਜਾਂ ਬਹੁਤ ਸਾਰੇ ਹੱਲਾਂ ਦੇ ਮੇਲ ਨੂੰ ਚੁਣਨਾ ਚਾਹੀਦਾ ਹੈ। ਹੱਲ 'ਤੇ ਅਮਲ ਕਰਨਾ ਚਾਹੀਦਾ ਹੈ। ਸਮੱਸਿਆ ਨੂੰ ਹੱਲ ਕਰਨ ਵਾਲੀ ਪ੍ਰਕਿਰਿਆ ਦਾ ਦੁਬਾਰਾ ਚੰਗੀ ਤਰ੍ਹਾਂ ਅਧਿਐਨ ਕਰਨਾ ਅਤੇ ਸੋਚੋ ਕਿ ਤੁਸੀਂ ਹੋਰ ਵਧੀਆ ਹੱਲ ਕਿਸੇ ਹੋਰ ਸਮੇਂ 'ਤੇ ਕਿਵੇਂ ਪੇਸ਼ ਕਰ ਸਕਦੇ ਹੋ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਿੱਖਿਆ ਕਿ ਕੰਮ ਵਾਲੇ ਸਥਾਨ ਉੱਤੇ ਤਣਾਅ ਦੇ ਕੀ ਕਾਰਨ ਹੁੰਦੇ ਹਨ ਅਤੇ ਅਸੀਂ ਉਸ ਤੋਂ ਕਿਵੇਂ ਬਚ ਸਕਦੇ ਹਾਂ। ਉਮੀਦ ਹੈ ਕਿ ਅੱਜ ਦਾ ਤੁਹਾਨੂੰ ਲੈਸਨ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਸੰਬੰਧੀ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਧੰਨਵਾਦ।